ਇਹ ਭਾਈ ਸਾਹਿਬ 2005 ਦੇ ਕੇਸ ਨੇ 17 ਸਾਲ ਹੋ ਗਏ ਨੇ। ਇਹਨਾਂ ਕੇਸਾਂ 'ਚ ਚਾਰਜ ਹੀ ਨਹੀਂ ਲੱਗਾ। ਚਾਰਜ ਕੀ ਇਹਨਾਂ ਦੇ ਫਾਰਮਲ ਅਰੈਸਟ ਨਹੀਂ ਪਈ। ਪਰ ਇਹ ਗੱਲ ਨਵੀਂ ਆ ਗਈ ਆ ਕਿ ਉਹ ਤਿਹਾੜ ਜੇਲ੍ਹ ਵਾਲੇ ਭੇਜਣ ਨੂੰ ਤਿਆਰ ਨਹੀਂ। ਹਾਲਾਂਕਿ ਇੱਕ ਹੋਰ ਗੱਲ ਆ ਕਿ ਦਿੱਲੀ 'ਚ ਕੋਈ ਕੇਸ ਪੈਂਡਿੰਗ ਨਹੀਂ। ਕਿਹੜੀ ਗੱਲੋਂ ਤਿਹਾੜ 'ਚ ਰੱਖਿਆ ਜਾ ਰਿਹਾ? ਇਹ ਜਿਹੜੀਆਂ ਸਾਰੀਆਂ ਹੀ ਗੈਰ ਕਾਨੂੰਨੀ ਗੱਲਾਂ। ਤੇ ਚੌਥਾ ਕੇਸ ਉਹਨਾਂ ਦਾ ਇੱਕ ਖਰੜ ਦਾ ਕੇਸ ਹੈਗਾ। ਉਹ 153 ਸੈਕਸ਼ਨ ਆ ਉਹਦੇ 'ਚ ਲੱਗਾ, ਸੈਡੀਸ਼ਨ ਵਗੈਰਾ ਹੈ। ਉਹਦੀ ਅਜੀਬ ਜੀ ਗੱਲ ਹੋਈ ਪਈ ਆ ਕਿ ਉਹ ਖਰੜ ਜਿਹੜਾ ਮੈਜਿਸਟ੍ਰੇਟ ਕੋ ਆਇਆ, ਚਲਾਨ ਹੋਇਆ, ਕਮਿਟ ਹੋਇਆ। ਕਮਿਟ ਤੋਂ ਬਾਅਦ ਉਹਨੇ ਸੈਸ਼ਨ ਕੋਰਟ 'ਚ ਜਾਣਾ ਸੀ। ਉਹਦੀ ਫਾਈਲ ਹੀ ਨਹੀਂ ਮਿਲ ਰਹੀ ਪਿਛਲੇ 6-7 ਮਹੀਨਿਆਂ ਪਹਿਲਾਂ ਪਹੁੰਚ ਗਈਆਂ। ਤੇ ਇਹ ਵੀ ਦੱਸੋ, ਜਿਹੜਾ ਬੇਅੰਤ ਸਿੰਘ ਕਤਲ ਕੇਸ ਵਾਲਾ ਮਾਮਲਾ, ਉਹ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਈ ਆ ਉਹ ਕਿੰਨੀ ਕੁ ਚੱਲਦੀ ਹੈ, ਕਿੰਨੀ ਕੁ ਪੂਰੀ ਹੋਈ? ਜੇ 14 ਸਾਲ ਬਾਅਦ ਨਹੀਂ ਆਉਂਦਾ, 20 ਸਾਲ ਬਾਅਦ ਤੇ ਬਾਹਰ ਆਉਂਦਾ ਹੀ ਆ। ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਨੂੰ ਜਿਹੜੀ ਸੈਸ਼ਨ ਕੋਰਟ ਨੇ, ਚੰਡੀਗੜ੍ਹ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਕੀਤੀ ਸੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ। ਉਸ ਤੋਂ ਬਾਅਦ ਇਹਨਾਂ ਦੀ ਅਪੀਲ ਕੀਤੀ ਗਈ ਹਾਈ ਕੋਰਟ 'ਚ। ਉੱਥੇ ਉਹ ਲਾਈਫ ਨੂੰ ਕਮਿਊਟ ਕਰਤਾ, ਡੈਥ ਸੈਂਟੈਂਸ ਨੂੰ ਲਾਈਫ 'ਚ ਕਮਿਊਟ ਕੀਤਾ। ਉਹ ਜਿਹੜੀ ਲਾਈਫ ਆ ਉਹਨੂੰ ਇਹ ਉਮਰ ਕੈਦ ਗਿਣੀ ਜਾਂਦੇ ਨੇ, ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ। ਅੱਜ 2019 ਤੋਂ 2022 ਹੋ ਗਿਆ, ਖਤਮ ਹੋ ਚੱਲਿਆ 22 ਵੀ। ਕੇਜਰੀਵਾਲ ਸਾਹਿਬ ਉਹ ਬੋਰਡ ਬੈਠਾ ਹੈ ਜਿਹੜਾ, ਜਿਹਦੀ ਲੋੜ ਨਹੀਂ ਸੀ, ਕਿਉਂਕਿ ਸਟੇਟ ਮਾਮਲਾ, ਜੇਲ੍ਹ ਜਿਹੜੀ ਆ ਸਟੇਟ ਕਿਉਂ ਆ ਗਈ ਆ। ਸੈਂਟਰਲ ਗਵਰਨਮੈਂਟ ਨੇ ਕਿਹਾ ਦਿੱਲੀ ਨੂੰ ਕਿ ਜੇ ਤੁਸੀਂ ਪੁਲਿਸ ਨੂੰ ਛੱਡ ਦਿਓਗੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਕੇਜਰੀਵਾਲ ਨੂੰ ਇਤਰਾਜ਼ ਆ। ਉਹ ਪਿਛਲੇ 3 ਸਾਲ ਤੋਂ ਲਟਕਾ ਕੇ ਬੈਠਾ ਹੈ। ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ। ਗੱਲ ਕਰਾਂਗੇ ਭਾਈ ਜਗਤਾਰ ਸਿੰਘ ਹਵਾਰਾ ਦੀ। ਹਵਾਰਾ ਨੂੰ ਕਾਨੂੰਨੀ ਉਲਝਣਾਂ ਵਿੱਚ ਉਲਝਾਇਆ ਹੋਇਆ ਹੈ, ਜਦਕਿ ਉਹਨਾਂ ਦੇ ਵਕੀਲਾਂ ਦੀ ਮੰਗ ਹੈ ਕਿ ਹਵਾਰਾ ਤੇ ਜਿਹੜੇ ਵੀ ਕੇਸ ਨੇ ਉਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਅੱਜ ਵੀ ਹਵਾਰਾ ਦੀ ਪੇਸ਼ੀ ਸੀ, ਪਰ ਹਵਾਰਾ ਨੂੰ ਪੇਸ਼ ਨਹੀਂ ਕੀਤਾ ਗਿਆ। ਸਾਡੇ ਨਾਲ ਨੇ ਐਡਵੋਕੇਟ ਦਿਲਸ਼ੇਰ ਸਿੰਘ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਦਿੱਕਤ ਕਿੱਥੇ ਆ ਰਹੀ ਆ। ਜਨਾਲਾ ਸਾਹਿਬ, ਦਿੱਕਤ ਕਿੱਥੇ ਆ ਰਹੀ ਹੈ? ਕਿਉਂ ਨਹੀਂ ਹਵਾਰਾ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ? ਦੇਖੋ, ਬੜੇ ਅਜੀਬ ਜੀ ਗੱਲ ਹੈ ਕਿ ਇੱਕ ਮਾਨਯੋਗ ਸੈਸ਼ਨ ਅਦਾਲਤ ਚੰਡੀਗੜ੍ਹ ਦੀ ਹੁਕਮ ਕਰੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਕਿ ਤੁਸੀਂ ਇਸ ਮੁਲਜ਼ਮ ਨੂੰ ਪੇਸ਼ ਕਰਨਾ ਜਿਹਦੀ ਕੇਸ ਦੇ ਵਿੱਚ ਲੋੜ ਹੈਗੀ ਆ, ਔਰ ਉਹ ਜਿਹੜਾ ਪ੍ਰੋਡਕਸ਼ਨ ਵਾਰੰਟ ਪਹੁੰਚੇ, ਐਗਜ਼ੀਕਿਊਟ ਹੋਵੇ। ਤੇ ਲਾਸਟ ਟਾਈਮ ਤੇ ਆ ਕੇ ਇਹ ਕਹਿ ਦਿੰਦੀ ਸਾਡਾ ਸਿਕਿਉਰਿਟੀ ਰੀਜ਼ਨ ਹੈਗਾ, ਇਸ ਕਰਕੇ ਅਸੀਂ ਤੁਹਾਨੂੰ ਪੇਸ਼ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਨਾ ਪੇਸ਼ ਕਰਨਾ, ਇਹ ਬੜੀ ਅਜੀਬ ਜੀ ਗੱਲ ਹੈ ਕਿ ਸੈਸ਼ਨ ਜੱਜ ਸਾਹਿਬ ਦਾ ਵੀ ਆਰਡਰ ਨਹੀਂ ਮੰਨਣਾ, ਫਿਰ ਦਲੀਲ ਇਹ ਦੇਣੀ ਕਿ ਸਿਕਿਉਰਿਟੀ ਰੀਜ਼ਨ ਆ। ਸਿਕਿਉਰਿਟੀ ਰੀਜ਼ਨ ਕਿੱਦਾਂ ਇਹ ਹੋ ਸਕਦਾ ਕਿ ਜਦੋਂ 17 ਜਾਂ 18 ਸਾਲ ਪੁਰਾਣਾ ਪੈਂਡਿੰਗ ਕੇਸ ਹੋਵੇ ਤੇ ਕੇਸ ਪੈਂਡਿੰਗ ਹੋਣਾ ਤੇ ਉਹਨੂੰ ਚਲਾਵਾਂਗੇ ਤੇ ਤਾਂ ਹੀ ਜੇ ਬੰਦੇ ਨੂੰ ਪੇਸ਼ ਕਰਾਂਗੇ, ਜੇ ਚਾਰਜ ਲਾਵਾਂਗੇ। ਇਹ ਜਿਹੜੀ ਬੇਬੁਨਿਆਦ ਦਲੀਲਾਂ ਦੇਣੀਆਂ ਕਿ ਸਿਕਿਉਰਿਟੀ ਰੀਜ਼ਨ ਆ, ਥ੍ਰੈਟ ਹੈਗਾ, ਇਹ ਬਿਲਕੁਲ ਬੇਬੁਨਿਆਦ ਸੀ। ਅੱਜ ਕੇਸ ਕੀ ਸੀਗਾ? ਅੱਜ ਵੀ ਸੁਣਵਾਈ ਸੀ ਹਵਾਰਾ ਸਾਹਿਬ ਦੀ? ਅੱਜ 2 ਕੇਸਾਂ 'ਚ ਚਾਰਜ ਲੱਗਣਾ ਸੀ। ਕਿਹੜੇ ਕੇਸ? ਇਹ FIR ਨੰਬਰ 271 2005 ਦੀ ਸੈਕਟਰ 17 ਦੀ, ਇੱਕ 187 ਨੰਬਰ FIR ਸੀ 2005 ਦੀ ਸੈਕਟਰ 36 ਦੀ। ਇਹ ਭਾਈ ਸਾਹਿਬ 2005 ਦੇ ਕੇਸ ਨੇ। 17 ਸਾਲ ਹੋ ਗਏ ਨੇ। ਇਹਨਾਂ ਕੇਸਾਂ 'ਚ ਚਾਰਜ ਹੀ ਨਹੀਂ ਲੱਗਾ। ਚਾਰਜ ਕੀ ਇਹਨਾਂ ਦੇ ਫਾਰਮਲ ਅਰੈਸਟ ਨਹੀਂ ਪਈ। ਅਸੀਂ ਪਿਛਲੇ 6 ਮਹੀਨੇ ਤੋਂ ਕੋਰਟਾਂ ਅੱਗੇ ਇਹ ਦਰਖਾਸਤਾਂ ਦੇ ਰਹੇ ਹਾਂ ਕਿ ਇਹ ਕੇਸ ਬਹੁਤ ਪੁਰਾਣੇ ਨੇ, ਇਹਨਾਂ ਨੂੰ ਜਿਹੜਾ ਤੁਸੀਂ ਜਲਦ ਤੋਂ ਜਲਦ ਚਾਰਜ ਲਾ ਕੇ ਚਲਾਓ। ਚਾਰਜ ਲਾਉਣ ਦਾ ਤਰੀਕਾ ਇਹ ਹੈ ਕਿ ਬੰਦੇ ਨੂੰ ਕੋਰਟ 'ਚ ਪੇਸ਼ ਕਰੋ। ਕੋਰਟ 'ਚ ਪੇਸ਼ ਹੋਊਗਾ, ਚਾਰਜ ਬਣੇਗਾ, ਉੱਤੇ ਦਸਤਖਤ ਕਰੇਗਾ। ਜੇ ਉਹਨੂੰ ਚਾਰਜ ਮਨਜ਼ੂਰ ਹੋਏਗਾ ਤਾਂ ਉਹਨੂੰ ਮੰਨੇਗਾ, ਨਹੀਂ ਮੰਨੇਗਾ ਤਾਂ ਰਿਜੈਕਟ ਕਰੇਗਾ, ਟ੍ਰਾਇਲ ਕਲੇਮ ਕਰੇਗਾ। ਪਰ ਇਹ ਗੱਲ ਨਵੀਂ ਆ ਗਈ ਆ ਕਿ ਉਹ ਤਿਹਾੜ ਜੇਲ੍ਹ ਵਾਲੇ ਭੇਜਣ ਨੂੰ ਤਿਆਰ ਨਹੀਂ। ਹਾਲਾਂਕਿ ਇੱਕ ਹੋਰ ਗੱਲ ਆ ਕਿ ਦਿੱਲੀ 'ਚ ਕੋਈ ਕੇਸ ਪੈਂਡਿੰਗ ਨਹੀਂ। ਕਿਹੜੀ ਗੱਲੋਂ ਤਿਹਾੜ 'ਚ ਰੱਖਿਆ ਜਾ ਰਿਹਾ? ਇਹ ਜਿਹੜੀਆਂ ਸਾਰੀਆਂ ਹੀ ਗੈਰ ਕਾਨੂੰਨੀ ਗੱਲਾਂ। ਤੇ ਜਿਹੜੇ 2 ਕੇਸ ਪਏ ਹੋਏ ਨੇ ਤੁਸੀਂ ਕਿਹਾ, ਉਹ 2 ਕੇਸਾਂ ਦੇ ਜਿਹੜੇ ਹੋਰ ਮੁਲਜ਼ਮ ਸੀ ਉਹਨਾਂ ਦਾ ਕੀ ਬਣਿਆ? ਭਾਈ ਸਾਹਿਬ, ਜਿਹੜੀ ਤੇ 271 ਨੰਬਰ FIR ਸੈਕਟਰ 17 ਦੀ, ਉਹਦੇ ਵਿੱਚ 4 ਜਾਂ 5 ਮੁਲਜ਼ਮ ਸਨ। ਉਹ ਸਾਰੇ ਬਰੀ ਹੋ ਗਏ ਸਨ 2009 ਦੇ ਵਿੱਚ ਇਹ ਸੈਸ਼ਨ ਜੱਜ ਦੀ ਕੋਰਟ 'ਚੋਂ। ਇੱਕ ਜਿਹੜੀ 187 ਨੰਬਰ ਹੈ ਸੈਕਟਰ 36 ਦੀ, ਉਹਦੇ 'ਚ 3 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ ਔਨ ਦੀ ਬੇਸਿਸ ਆਫ ਰਿਕਵਰੀ। ਇਹਨਾਂ ਦੋਨਾਂ ਕੇਸਾਂ 'ਚ ਜਥੇਦਾਰ ਦਾ ਜਿਹੜਾ ਵਾ ਨਾ ਤੇ ਅਰੈਸਟ ਪਈ ਆ, ਨਾ ਕੋਈ ਰਿਕਵਰੀ ਹੋਈ ਆ। ਹੁਣ ਅਜੀਬ ਜੀ ਗੱਲ ਆ ਕਿ 17 ਸਾਲ ਹੋ ਗਏ ਨੇ। ਸਾਨੂੰ ਤੇ ਖਦਸ਼ਾ ਵੀ ਇਹ ਆ ਕਿ ਸ਼ਾਇਦ ਜਿਹੜਾ ਉਸ ਕੇਸ ਦਾ ਆਈਓ ਹੋਵੇ ਉਹ ਵੀ ਪਤਾ ਨਹੀਂ ਜਿੰਦਾ ਹੋਊਗਾ ਕਿ ਨਹੀਂ ਜਿੰਦਾ ਹੋਊਗਾ। ਦੂਜੀ ਗੱਲ, ਉਹਦੇ ਗਵਾਹ ਕਿੱਥੋਂ ਲੱਭਣਗੇ? ਇਹ ਤੀਸਰਾ ਕੇਸ ਕਿਹੜਾ? ਤੁਸੀਂ 3 ਕੇਸਾਂ ਦੀ ਗੱਲ ਕੀਤੀ ਆ। ਤੀਸਰਾ ਹਵਾਰਾ ਤੇ ਕੇਵਲ 3 ਕੇਸ ਰਹਿ ਗਏ। 4। ਤੀਸਰਾ ਕੇਸ ਹੈਗਾ ਜੀ ਸੁਹਾਣੇ ਥਾਣੇ ਦਾ, 31 ਨੰਬਰ FIR ਆ, 1998 ਦਾ ਕੇਸ ਆ।
ਉਹ ਉਸ ਤੋਂ ਵੀ ਪੁਰਾਣਾ 7 ਸਾਲ ਪੁਰਾਣਾ ਕੇਸ ਆ। ਪੇਸ਼ ਨਹੀਂ ਕਰ ਰਹੇ। ਉਹਦੇ 'ਚ ਅੱਜ ਤਰੀਕ ਸੀ, ਉਹਦੇ 'ਚ ਵੀ ਪ੍ਰੋਡਕਸ਼ਨ ਵਾਰੰਟ ਗਿਆ ਸੀ। ਉਹਦੇ 'ਚ ਵੀ ਇਹੋ ਹੀ ਇਹਨਾਂ ਨੇ ਰੀਜ਼ਨ ਦੇ ਦਿੱਤਾ ਕਿ ਸਿਕਿਉਰਿਟੀ ਰੀਜ਼ਨ ਆ, ਥ੍ਰੈਟ ਹੈਗੀ ਆ, ਤੇ ਇਸ ਕਰਕੇ ਅਸੀਂ ਅੱਜ ਪੇਸ਼ ਨਹੀਂ ਕਰ ਚੌਥਾ ਸਕਦੇ। ਕੇਸ ਕਿਹੜਾ ਉਹ ਵੀ ਦੱਸ ਦਿਓ। ਚੌਥਾ ਕੇਸ ਉਹਨਾਂ ਦਾ ਇੱਕ ਖਰੜ ਦਾ ਕੇਸ ਹੈਗਾ, ਉਹ 153 ਸੈਕਸ਼ਨ ਆ ਉਹਦੇ 'ਚ ਲੱਗਾ, ਸੈਡੀਸ਼ਨ ਵਗੈਰਾ ਹੈ। ਉਹਦੀ ਅਜੀਬ ਜੀ ਗੱਲ ਹੋਈ ਪਈ ਆ ਕਿ ਉਹ ਖਰੜ ਜਿਹੜਾ ਮੈਜਿਸਟ੍ਰੇਟ ਕੋ ਆਇਆ, ਚਲਾਨ ਹੋਇਆ, ਕਮਿਟ ਹੋਇਆ, ਕਮਿਟ ਤੋਂ ਬਾਅਦ ਉਹਨੇ ਸੈਸ਼ਨ ਕੋਰਟ 'ਚ ਜਾਣਾ ਸੀ, ਉਹਦੀ ਫਾਈਲ ਹੀ ਨਹੀਂ ਮਿਲ ਰਹੀ ਪਿਛਲੇ 6-7 ਮਹੀਨਿਆਂ ਤੋਂ। ਪਹਿਲਾਂ ਗੁਆਚ ਗਈਆਂ। ਪਹਿਲੇ ਤੇ ਇਹ ਵੀ ਦੱਸੋ, ਜਿਹੜਾ ਬੇਅੰਤ ਸਿੰਘ ਕਤਲ ਕੇਸ ਵਾਲਾ ਮਾਮਲਾ, ਉਹ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਈ ਆ, ਉਹ ਕਿੰਨੇ ਕੁ ਚੱਲਦੀ ਹੈ, ਕਿੰਨੀ ਕੁ ਪੂਰੀ ਹੋਈ? ਦੇਖੋ ਭਾਈ ਸਾਹਿਬ, ਇਹ ਜਿਹੜੀ ਨਾ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦੇ ਹਾਂ ਕਿ ਇੱਕ ਝਗੜਾ ਹੋ ਜਾਂਦਾ, ਕਤਲ ਹੋ ਜਾਂਦਾ, ਜਿਹੜਾ ਬੇਅੰਤ ਸਿੰਘ ਵਾਲਾ ਮਾਮਲਾ ਉਹ ਵੀ 302 ਦਾ ਹੀ ਮੁਕੱਦਮਾ ਬਣਿਆ ਨਾ। 302 ਦੇ ਮੁਕੱਦਮੇ ਦੇ ਵਿੱਚ ਆਪਾਂ ਜਿਹੜੇ ਸੈਂਕੜੇ ਕੇਸ ਦੇਖਦੇ ਆ, ਆਪਣੇ ਸੂਬੇ 'ਚ ਵੀ ਹੁੰਦੇ, ਬਾਹਰਲੇ ਸੂਬਿਆਂ 'ਚ ਵੀ ਹੁੰਦੇ, ਅਸੀਂ ਖੁਦ 302 ਦੇ ਕੇਸ ਕਰਦੇ ਆ। ਉਹਦੇ 'ਚ ਮੈਕਸਿਮਮ ਸਜ਼ਾ ਜੇ 20 ਸਾਲ ਵੀ ਕਰ ਦਿੰਦੇ ਆ, ਉਹ 14 ਸਾਲ ਬਾਅਦ ਬੰਦਾ ਬਾਹਰ ਆ ਜਾਂਦਾ। ਜੇ 14 ਸਾਲ ਬਾਅਦ ਨਹੀਂ ਆਉਂਦਾ ਤੇ 20 ਸਾਲ ਬਾਅਦ ਤੇ ਬਾਹਰ ਆਉਂਦਾ ਹੀ ਆ। ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਨੂੰ ਜਿਹੜੀ ਸੈਸ਼ਨ ਕੋਰਟ ਨੇ, ਚੰਡੀਗੜ੍ਹ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਕੀਤੀ ਸੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ। ਉਸ ਤੋਂ ਬਾਅਦ ਇਹਨਾਂ ਦੀ ਅਪੀਲ ਕੀਤੀ ਗਈ ਹਾਈ ਕੋਰਟ 'ਚ, ਉੱਥੇ ਉਹ ਲਾਈਫ ਨੂੰ ਕਮਿਊਟ ਕਰਤਾ, ਡੈਥ ਸੈਂਟੈਂਸ ਨੂੰ ਲਾਈਫ 'ਚ ਕਮਿਊਟ ਕੀਤਾ। ਉਹ ਜਿਹੜੀ ਲਾਈਫ ਆ ਉਹਨੂੰ ਇਹ ਉਮਰ ਕੈਦ ਗਿਣੀ ਜਾਂਦੇ ਨੇ, ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ। ਇਹਦੇ ਟਿਲ ਡੈਥ ਕਿੰਨੀ ਜਾਂਦੀ? ਟਿਲ ਲਾਸਟ ਬ੍ਰੈਥ। ਤੇ ਟੋਟਲ ਕਿੰਨਾ ਟਾਈਮ ਹੋ ਗਿਆ ਹਵਾਰਾ ਨੂੰ ਜੇਲ੍ਹ ਦੀਆਂ ਸਿੱਖਾਂ ਵਿੱਚ? ਐਸ ਪਰ ਦੀ ਕਸਟਡੀ ਸਰਟੀਫਿਕੇਟ ਉਹਨਾਂ ਨੂੰ ਲਗਭਗ 27 ਸਾਲ ਹੋ ਗਏ ਨੇ। ਠੀਕ ਹੈ। ਜਿਹੜਾ ਉਹਨਾਂ ਦਾ ਕਸਟਡੀ ਸਰਟੀਫਿਕੇਟ ਲੇਟੈਸਟ ਜਦੋਂ 11 ਜਨਵਰੀ ਨੂੰ ਗਵਰਨਰ ਨੂੰ ਦਿੱਤਾ ਪੰਜਾਬ ਦੇ, ਉਹ ਸਾਰੇ ਮੈਂ ਪ੍ਰੋਕਿਉਰ ਕੀਤੇ ਸੀ, ਉਹ ਮੈਂ ਸਾਰਿਆਂ ਦੇ ਇਕੱਲੇ ਦੇ ਫੜੇ ਨੇ। ਸਭ ਤੋਂ ਜ਼ਿਆਦਾ ਕਸਟਡੀ ਇਸ ਵੇਲੇ ਜਿਹੜੀ ਆ ਗੁਰਮੀਤ ਸਿੰਘ ਦੀ ਆ 30 ਸਾਲ, ਔਰ ਉਸ ਤੋਂ ਉੱਪਰ ਆਪਣੇ ਭਾਈ ਗੁਰਦੀਪ ਸਿੰਘ ਖਹਿਰਾ ਦੀ ਆ, ਉਹਨਾਂ ਦੀ 32 ਸਾਲ ਆ। ਹੁਣ ਮੇਰੇ ਹਿਸਾਬ ਨਾਲ 32.5 ਸਾਲ ਹੋ ਗਏ। ਜਿਹੜੇ ਤੁਸੀਂ ਸਿਆਸੀ ਕੈਦੀਆਂ ਦੀ ਰਹੇ ਦੀ ਮੰਗ ਕਰਦੇ ਹੋ, 9 ਬੰਦੇ ਕਹਿੰਦੇ ਬਾਕੀ ਨੇ, ਉਹ 'ਚ ਹਵਾਰਾ ਤੇ ਰਾਜੋਆਣਾ ਦਾ ਨਾਮ ਵੀ ਹੈ ਤੇ ਗੁਰਮੀਤ ਸਿੰਘ ਦਾ ਵੀ? ਮੈਂ ਸਾਰੇ ਦੱਸ ਦਿੰਦਾ ਜੀ। ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਪਿਓਰਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਤਾਰਾ, ਉਸ ਤੋਂ ਬਾਅਦ ਲਖਵਿੰਦਰ ਸਿੰਘ ਲੱਖਾ, ਗੁਰਦੀਪ ਸਿੰਘ ਖਹਿਰਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਫੁੱਲ। ਇਹ 9 ਕਹਿੰਦੇ। ਤੇ ਕੇਂਦਰ ਸਰਕਾਰ ਕੋਲ ਵਾਰ-ਵਾਰ ਅਪੀਲਾਂ ਗਈਆਂ ਨੇ, ਮੰਗ ਪੱਤਰ ਗਏ ਨੇ, ਕੇਂਦਰ ਸਰਕਾਰ ਦਾ ਕੋਈ ਭਰੋਸਾ ਆਇਆ ਇਸ ਮਾਮਲੇ ਨੂੰ? ਤੁਸੀਂ ਇਸ ਗੱਲ ਨੂੰ ਜਿਹੜਾ ਦੇਖੋ ਕਿ ਕਿੱਡੀ ਗੈਰ ਕਾਨੂੰਨੀ ਆ। 2019 ਚ 550 ਸਾਲਾਂ ਦੇ ਗੁਰਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਜੀ ਦੇ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਕੁਝ ਸਿਆਸੀ ਕੈਦੀਆਂ ਨੂੰ ਰਿਹਾ ਕਰ ਦਿਓ। ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਨਾਮ ਹੈ, ਔਰ ਰਾਜੋਆਣੇ ਦਾ ਨਾਮ ਵੀ ਸੀ ਕਿ ਉਹਨਾਂ ਦੀ ਡੈਥ ਸੈਂਟੈਂਸ ਕਮਿਊਟ ਕਰੋ। ਅੱਜ 2019 ਤੋਂ 2022 ਹੋ ਗਿਆ, ਖਤਮ ਹੋ ਚੱਲਿਆ 22 ਵੀ। ਕੇਜਰੀਵਾਲ ਸਾਹਿਬ ਕੋ ਬੋਰਡ ਬੈਠਾ ਹੈ ਜਿਹੜਾ, ਜਿਹਦੀ ਲੋੜ ਨਹੀਂ ਸੀ, ਕਿਉਂਕਿ ਸਟੇਟ ਮਾਮਲਾ, ਜੇਲ੍ਹ ਜਿਹੜੀ ਆ ਸਟੇਟ ਕਿਉਂ ਆ ਗਈ ਆ। ਸੈਂਟਰਲ ਗਵਰਨਮੈਂਟ ਨੇ ਕਿਹਾ ਦਿੱਲੀ ਨੂੰ ਕਿ ਜੇ ਤੁਸੀਂ ਭੁੱਲਰ ਨੂੰ ਛੱਡ ਦਿਓਗੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਕੇਜਰੀਵਾਲ ਨੂੰ ਇਤਰਾਜ਼ ਆ। ਉਹ ਪਿਛਲੇ 3 ਸਾਲ ਤੋਂ ਲਟਕਾ ਕੇ ਬੈਠਾ। ਸੋ ਇਦਾਂ ਦਾ ਜਿਹੜਾ ਵਿਤਕਰਾ, ਇਦਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ, ਉਹਦੇ ਨਾਲ ਸਾਫ਼ ਝਲਕਦਾ ਕਿ ਸਾਡੇ ਨਾਲ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਆ, ਵਿਦਨ ਲਾਅ ਦੇ ਵਿੱਚ ਡਿਸਕ੍ਰਿਮੀਨੇਸ਼ਨ ਆ। ਹੁਣ ਜਿਹੜਾ ਗੈਂਗਸਟਰ ਆ, ਜਿਹੜੇ ਇਸ ਵੇਲੇ ਜਿਨ੍ਹਾਂ ਦਾ ਲੋਕ ਨਾਂ ਲੈਣ ਲੱਗਿਆ ਡਰਦੇ ਨੇ, ਉਹਨਾਂ ਨੂੰ ਤੁਸੀਂ ਛੋਟੀਆਂ ਅਦਾਲਤਾਂ 'ਚ ਪੇਸ਼ ਕਰੀ ਜਾਂਦੇ ਹੋ, ਰੋਜ਼ ਹੀ ਪੇਸ਼ ਕਰੀ ਜਾਂਦੇ। ਮਨਜੀਤ ਸਿੰਘ ਦਾਦੂਵਾਲ ਨੇ ਮੋਦੀ ਦੀ ਸ਼ਲਾਘਾ ਕੀਤੀ ਅੱਜ। ਉਹ ਕਹਿੰਦੇ ਬਹੁਤ ਸਾਰੇ ਸਿਆਸੀ ਕੈਦੀ ਰਿਹਾ ਕਰਤੇ, ਤੁਸੀਂ 9 ਦੀ ਗਿਣਤੀ ਗਿਣਾਤੀ, ਇਹਨਾਂ ਨੂੰ ਕਿਉਂ ਨਹੀਂ ਫਿਰ ਰਿਹਾ ਕੀਤਾ ਜਾ ਰਿਹਾ? ਇਹ ਦਾਦੂਵਾਲ ਸਾਹਿਬ ਨੂੰ ਵੀ ਸ਼ਾਇਦ ਇਸ ਗੱਲ ਦਾ ਜਿਹੜਾ ਧਾਰਮਿਕ ਹੋਣ ਕਰਕੇ ਨਾ ਪਤਾ ਹੋਵੇ ਕਿ ਜਿਹੜੀ 2019 'ਚ ਨੋਟੀਫਿਕੇਸ਼ਨ ਕੀਤੀ ਸੀ, ਉਹਨਾਂ ਦੇ ਵਿੱਚੋਂ 3-4 ਕੈਦੀ ਪਹਿਲਾਂ ਹੀ ਰਿਹਾ ਹੋ ਚੁੱਕੇ ਸੀ। ਇੱਥੇ ਤੱਕ ਵੀ ਹੈਗਾ, ਕੋਈ 1-2 ਸੱਜਣ ਸਨ ਜਿਨ੍ਹਾਂ ਦੀ ਰਿਹਾਈ ਹੋ ਗਈ ਸੀ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਲੈ ਕੇ ਗਏ ਕਿ ਤੁਹਾਨੂੰ ਦੁਬਾਰਾ ਰਿਹਾ ਕਰਨਾ। ਸੋ ਇਦਾਂ ਦੀਆਂ ਜਿਹੜੀਆਂ ਉਹਨਾਂ ਨੇ ਉਹਨਾਂ ਬੰਦਿਆਂ ਦੀ ਲਿਸਟ ਰਿਹਾ ਕੀਤੀ ਸੀ ਜਿਹੜੇ ਬੰਦੇ ਪਹਿਲਾਂ ਹੀ ਰਿਹਾ ਹੋ ਗਏ ਸਨ। ਅੱਜ ਹਵਾਰਾ ਵਾਲੇ ਮਾਮਲੇ 'ਚ ਤੁਸੀਂ ਕੋਰਟ 'ਚ ਕੋਈ ਆਪਣੀ ਫਿਰ ਅਰਜ਼ੀ ਦੁਬਾਰਾ ਦਾਇਰ ਕੀਤੀ ਕਿ ਨਿਪਟਾਰਾ ਜਲਦੀ ਕੀਤਾ ਜਾਵੇ ਕੇਸ ਦਾ? ਦੇਖੋ, ਸਾਡੀ ਅਰਜ਼ੀ ਤੇ ਪਹਿਲਾਂ ਹੀ ਲੱਗੀ ਹੋਈ ਆ। ਅਰਜ਼ੀ ਅਸੀਂ ਇਹ ਦਰਖਾਸਤ ਕੀਤੀ ਆ ਕੋਰਟ 'ਚ ਕਿ ਜਿੰਨਾ ਤੱਕ ਉਹਨਾਂ ਨੂੰ ਫਿਜ਼ੀਕਲ ਅਪੀਅਰ ਨਹੀਂ ਕਰੋਗੇ, ਅਸੀਂ ਕੇਸ ਅੱਗੇ ਨਹੀਂ ਪ੍ਰੋਸੀਡ ਕਰਾਂਗੇ। ਅਸੀਂ ਚਾਰਜ ਨਹੀਂ ਲਾਵਾਂਗੇ, ਕਿਉਂਕਿ ਚਾਰਜ ਇਸ ਕਰਕੇ ਨਹੀਂ ਲਾਵਾਂਗੇ ਕਿ ਉਹਦਾ ਦਿੱਲੀ ਦੇ ਵਿੱਚ ਕੋਈ ਕੇਸ ਪੈਂਡਿੰਗ ਨਹੀਂ ਹੈਗਾ, ਤੇ ਜੇ ਉਹਨੂੰ ਇੰਨਾ ਹੱਕ ਨਹੀਂ ਹੈਗਾ ਕਿ ਆਪਣਾ ਚਾਰਜ ਪੜ੍ਹ ਲੇ ਤੇ ਅਸੀਂ ਉਹਨੂੰ ਜਾ ਕੇ ਦੱਸੀਏ ਕਿ ਆਹ ਤੁਹਾਡਾ ਲੱਗਾ ਹੈ, ਚਾਰਜ ਲੱਗਾ, ਤੇ ਤੁਸੀਂ ਸਾਨੂੰ ਪਰਮਿਸ਼ਨ ਦੇ ਦਿਓ ਦਸਤਖਤ ਕਰਨ ਦੀ। ਸ਼ਾਇਦ ਉਹ ਦੇ ਵੀ ਦੇਣਗੇ ਸਾਨੂੰ, ਪਰ ਲਾ ਕਿੱਥੇ ਹੈਗਾ?
ਤੁਸੀਂ ਇੱਕ ਬੰਦੇ ਲਈ ਕਾਨੂੰਨ ਹੋਰ ਹੈਗਾ, ਇੱਕ ਬੰਦੇ ਲਈ ਹੋਰ ਹੈਗਾ। ਤੇ ਜਿਹੜਾ ਬ੍ਰੇਸ ਸੰਡਿਆਲ ਆ ਉਹ ਤੁਹਾਡਾ ਵਿਰੋਧ ਕਰਦਾ। ਕੱਲ ਪਰਸੋਂ ਝੜਪ ਵੀ ਕੋਰਟ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ ਕਿ ਉਹ ਆਪਣੀ ਸਿਆਸਤ ਚਮਕਾਉਣ ਵਾਸਤੇ ਅਜਿਹਾ ਕਰ ਰਹੇ? ਉਹ ਦੇਖੋ, ਉਹ ਤੇ ਬੇਫਜ਼ੂਲ ਉਹਨੇ ਬਿਲਕੁਲ ਜਿਹੜੀ ਗੱਲ ਕੀਤੀ ਆ। ਅੱਜ ਵੀ ਉਹ ਆਏ ਆ, ਜਦੋਂ ਸਾਰੀ ਕੇਸ ਦੀ ਪ੍ਰੋਸੀਡਿੰਗ ਹੋ ਗਈ ਆ 15 ਮਿੰਟ ਬਾਅਦ ਆਏ ਨੇ ਔਰ ਥੱਲੇ ਜਾ ਕੇ ਮੀਡੀਆ ਨੂੰ ਐਡਰੈਸ ਕਰ ਰਹੇ ਸੀ। ਕੋਇਨਸੀਡੈਂਟਲੀ ਅਸੀਂ ਵੀ ਉੱਥੇ ਮੀਡੀਆ ਨੂੰ ਐਡਰੈਸ ਕਰ ਰਹੇ ਸੀ। ਉੱਥੇ ਉਹ ਕਹਿ ਰਿਹਾ ਹੈ, ਮੀਡੀਆ ਨੂੰ ਇਹ ਐਡਰੈਸ ਕਰਦਾ कि इन केसों में जगतार सिंह हवारा और परमजीत ब्योरा को पेश करना था। ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਉਹਦੇ 'ਚ ਇਕੱਲੇ ਜਗਤਾਰ ਸਿੰਘ ਹਵਾਰੇ ਦੀ ਗੱਲ ਹੋ ਰਹੀ ਆ, ਤੂੰ ਪਰਮਜੀਤ ਸਿੰਘ ਭਿਓਰੇ ਦਾ ਤੈਨੂੰ ਪਤਾ ਹੀ ਨਹੀਂ ਉਹ ਕਿੱਥੇ ਆ। ਪਰਮਜੀਤ ਸਿੰਘ ਭਿਓਰਾ ਦੇ ਤਿਹਾੜ ਜੇਲ੍ਹ 'ਚ ਪਹਿਲਾਂ ਹੀ ਆ। ਤੈਨੂੰ ਬੇਵਕੂਫ ਨੂੰ ਇਹ ਨਹੀਂ ਪਤਾ ਕਿਹੜੀ FIR ਆ, ਕਿਹੜਾ ਸੈਕਸ਼ਨ ਆ, ਕਿਹੜਾ ਮੁਲਜ਼ਮ ਆ, ਤੇ ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਵੱਡਾ ਜਿਹੜਾ ਵਾ ਹਿਊਮਨ ਰਾਈਟ ਐਕਟਿਵਿਸਟ ਆ। ਤੂੰ ਖੇਡ ਹੈ ਹਿਊਮਨ ਰਾਈਟ ਐਕਟਿਵਿਸਟ ਆ। ਉਹਨਾਂ ਦੇ ਵਿੱਚ ਸਿਰਫ ਨਫ਼ਰਤ ਆ, ਕਾਨੂੰਨ ਦੇ ਪ੍ਰੋਸੀਡਿੰਗ 'ਚ ਅੜਿੱਕਾ ਪਾ ਰਹੇ ਦੇ ਚੱਕਰ 'ਚ ਵੀ ਹਿੰਦੂਆਂ 'ਚ ਨੰਬਰ ਬਣ ਜਾਣ। ਨੰਬਰ ਵੀ ਝੂਠੇ ਬਣਾ ਰਹੇ ਨੇ। ਜਿੰਨੇ ਨੰਬਰ ਬਣਾਉਣੇ ਹੁੰਦੇ ਨਾ, ਉਹ ਵੀ ਥੋੜੀ ਬਹੁਤੀ ਤਿਆਰੀ ਕਰ ਲੈਂਦਾ ਕਿ ਕੋਈ FIR ਪਤਾ ਕਰ ਲੇ, ਕੋਈ ਮੁਲਜ਼ਮ ਦਾ ਪਤਾ ਕਰ ਲੇ। ਜਿਹਨੂੰ ਇਹ ਹੀ ਨਹੀਂ ਪਤਾ ਕਿ ਤੁਹਾਡੇ ਬਿਆਨ ਸੁਣ ਲੈਂਦਾ ਪਤਾ ਲੱਗ ਜਾਣਾ ਸੀ। ਸ਼ਾਇਦ ਹੁਣ ਸੁਣ ਕੇ ਉਹਨੂੰ ਸ਼ਰਮ ਆਊਗੀ ਜੀ। ਸੋ ਇਹ ਸਨ ਦਿਲਸ਼ੇਰ ਸਿੰਘ ਜੰਡਿਆਲਾ, ਐਡਵੋਕੇਟ ਨੇ ਜਗਤਾਰ ਸਿੰਘ ਹਵਾਰਾ ਦੇ। ਇਹਨਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਜਿਹੜੀ ਆ ਭਾਵੇਂ ਕਿ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਲਈ ਤਿਆਰ ਹੈ, ਪਰ ਕੇਜਰੀਵਾਲ ਸਰਕਾਰ ਜਿਹੜੀ ਆ ਉਹ ਫਾਈਲ ਕਲੀਅਰ ਨਹੀਂ ਕਰ ਰਹੀ। ਜਿੱਥੋਂ ਤੱਕ ਬ੍ਰੇਸ ਸੰਡਿਆਲ ਦਾ ਮਾਮਲਾ ਹੈ, ਜੋ ਬਿਆਨਬਾਜ਼ੀ ਕਰਦਾ ਕਿ ਹਵਾਰਾ ਨੂੰ ਚੰਡੀਗੜ੍ਹ ਨਾਲ ਲਿਆਂਦਾ ਜਾਵੇ, ਉਹਦੇ ਬਿਆਨਾਂ ਦੀ ਵੀ ਇਹਨਾਂ ਨੇ ਪੋਲ ਖੋਲ੍ਹੀ ਹੈ। ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਕਰ, ਚੰਡੀਗੜ੍ਹ।